ਪਿਆਰੇ ਬੱਚਿਓ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ 16 ਨਵੰਬਰ 2020 ਨੂੰ ਪੰਜਾਬ ਅਚੀਵਮੈਂਟ ਸਰਵੇ ਤਹਿਤ ਲਿਆ ਪੰਜਾਬੀ ਵਿਸ਼ੇ ਦਾ 6ਵੀਂ ਜਮਾਤ ਦਾ ਪੇਪਰ ਹੱਲ ਕਰਾਂਗੇ। ਪੈਰਾ ਪੜ੍ਹ ਕੇ ਪ੍ਰਸ਼ਨ 1 ਤੋਂ 5 ਤੱਕ ਦੇ ਸਹੀ ਉੱਤਰਾਂ ਦੀ ਚੋਣ ਕਰਨੀ ਹੈ। ਖੇਡਾਂ ਪੁਰਾਤਨ ਸਮੇਂ ਤੋਂ ਹੀ ਸਰੀਰਕ ਤੰਦਰੁਸਤੀ, ਮਾਨਸਿਕ ਸੰਤੁਸ਼ਟੀ ਅਤੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ ਅਤੇ ਇਹ ਬੱਚਿਆਂ, ਬੁੱਢਿਆਂ ਤੇ ਨੌਜਵਾਨਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਕਬੱਡੀ, ਘੋਲ, ਰੱਸਾਕਸ਼ੀ ਅਤੇ ਮੁਗਦਰ ਫੇਰਨੀ ਆਦਿ ਜ਼ੋਰ ਵਾਲੀਆਂ ਖੇਡਾਂ ਹਨ। ਕਬੱਡੀ ਤਾਂ ਪੰਜਾਬੀਆਂ ਦੀ ਮਾਂ ਖੇਡ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸ ਨੇ ਆਪਣੇ ਜੀਵਨ ਵਿੱਚ ਕਬੱਡੀ ਨਾ ਖੇਡੀ ਹੋਵੇ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਬੱਡੀ ਦੀਆਂ ਕਈ ਕਿਸਮਾਂ ਪ੍ਰਚਲਿਤ ਰਹੀਆਂ ਹਨ। ਇਸ ਦੀ ਇੱਕ ਵਿਸ਼ੇਸ਼ ਕਿਸਮ ਸੌਂਚੀ ਪੱਕੀ ਹੁੰਦੀ ਸੀ ਤੇ ਕਬੱਡੀ ਦੀਆਂ ਬਾਕੀ ਕਿਸਮਾਂ ਵੀ ਇਸੇ ਵਿੱਚੋਂ ਹੀ ਵਿਕਸਿਤ ਹੋਈਆਂ ਹਨ। ਇਹਨਾਂ ਵਿੱਚੋਂ ਇੱਕ ਕਿਸਮ ਗੂੰਗੀ ਜਾਂ ਚੁੱਪ ਕਬੱਡੀ ਦੀ ਹੈ, ਜਿਸ ਨੂੰ ਅੰਬਰਸਰੀ ਕਬੱਡੀ ਵੀ ਕਿਹਾ ਜਾਂਦਾ ਹੈ। ਇਸ ਵਿੱਚ ਮਾਰ ਕੁਟਾਈ ਜ਼ਿਆਦਾ ਹੁੰਦੀ ਸੀ। ਅੰਬਾਲਵੀ ਕਬੱਡੀ ਦਾ ਦਾਇਰਾ ਬਹੁਤ ਤੰਗ ਹੁੰਦਾ ਸੀ। ਲਾਹੌਰੀ ਕਬੱਡੀ ਦਾ ਤਾਂ ਕੋਈ ਦਾਇਰਾ ਹੁੰਦਾ ਹੀ ਨਹੀਂ ਸੀ। ਲਾਇਲਪੁਰੀ ਕਬੱਡੀ ਵਿੱਚ ਤਾਂ ਖੇਡ ਦੌਰਾਨ ਪਾਣੀ ਦੀ ਘੁੱਟ ਵੀ ਨਹੀਂ ਸੀ ਪੀਣ ਦਿੱਤੀ ਜਾਂਦੀ। ਇਹਨਾਂ ਕਿਸਮਾਂ ਤੋਂ ਇਲਾਵਾ ਕਬੱਡੀ ਦੀਆਂ ਹੋਰ ਵੀ ਅਨੇਕਾਂ ਸਥਾਨਕ ਕਿਸਮਾਂ ਪ੍ਰਚਲਿਤ ਸਨ। ਪਰ ਅੱਜ ਕੱਲ੍ਹ ਕਬੱਡੀ ਦੀਆਂ ਸਿਰਫ 2 ਕਿਸਮਾਂ ਹੀ ਵੇਖਣ ਨੂੰ ਮਿਲਦੀਆਂ ਹਨ: ਪੰਜਾਬ ਸਟਾਈਲ ਕਬੱਡੀ ਤੇ ਨੈਸ਼ਨਲ ਸਟਾਈਲ ਕਬੱਡੀ। ਨੈਸ਼ਨਲ ਸਟਾਈਲ ਕਬੱਡੀ ਦਾ ਮੈਦਾਨ ਛੋਟਾ ਅਤੇ ਚੁਕੋਣਾ ਹੁੰਦਾ ਹੈ। ਪੰਜਾਬ ਸਟਾਈਲ ਕਬੱਡੀ ਨੂੰ ਦਾਇਰੇ ਵਾਲੀ ਕਬੱਡੀ ਵੀ ਕਿਹਾ ਜਾਂਦਾ ਹੈ ਅਤੇ ਇਹ 40 ਮੀਟਰ ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ। ਪੰਜਾਬ ਸਟਾਈਲ ਕਬੱਡੀ ਵਿੱਚ ਕੱਲੇ ਨੂੰ ਕੱਲਾ ਅਤੇ ਨੈਸ਼ਨਲ ਸਟਾਈਲ ਕਬੱਡੀ ਵਿੱਚ ਇੱਕ ਨੂੰ ਸਾਰੀ ਟੀਮ ਫੜਦੀ ਹੈ। ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਅੰਤਰਰਾਸ਼ਟਰੀ ਖੇਡ ਬਣਨ ਦੇ ਰਾਹ ਪੈ ਗਈ ਹੈ ਤੇ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਬੜੇ ਚਾਅ ਨਾਲ ਖੇਡੀ ਜਾਂਦੀ ਹੈ। ਪ੍ਰਸ਼ਨ ਪਹਿਲਾ, ਪੰਜਾਬੀਆਂ ਦੀ ਮਾਂ ਖੇਡ ਕਿਹੜੀ ਹੈ? ਇਸ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ। ਪਹਿਲਾ ਆਪਸ਼ਨ ਹੈ ਘੋਲ, ਦੂਜਾ ਰੱਸਾਕਸ਼ੀ, ਤੀਜਾ ਮੁਗਦਰ ਫੇਰਨੀ, ਚੌਥਾ ਕਬੱਡੀ। ਤਾਂ ਬੱਚਿਓ, ਪੰਜਾਬੀਆਂ ਦੀ ਮਾਂ ਖੇਡ ਕਿਹੜੀ ਹੈ? ਕਬੱਡੀ। ਇਹ ਸਵਾਲ ਦਾ ਆਪਸ਼ਨ ਚੌਥਾ ਬਿਲਕੁਲ ਸਹੀ ਹੈ। ਦੂਸਰਾ ਪ੍ਰਸ਼ਨ, ਕਬੱਡੀ ਦੀ ਇੱਕ ਵਿਸ਼ੇਸ਼ ਕਿਸਮ ਕਿਹੜੀ ਸੀ? ਪਹਿਲਾ ਲਾਹੌਰੀ ਕਬੱਡੀ, ਦੂਜਾ ਅੰਬਰਸਰੀ ਕਬੱਡੀ, ਤੀਜਾ ਸੌਂਚੀ ਪੱਕੀ, ਚੌਥਾ ਲਾਇਲਪੁਰੀ। ਤਾਂ ਕਬੱਡੀ ਦੀ ਵਿਸ਼ੇਸ਼ ਕਿਸਮ ਕਿਹੜੀ ਸੀ? ਸੌਂਚੀ ਪੱਕੀ। ਦੂਸਰੇ ਸਵਾਲ ਦਾ ਆਪਸ਼ਨ ਤੀਸਰਾ ਬਿਲਕੁਲ ਸਹੀ ਹੈ। ਕਿਹੜੀ ਕਬੱਡੀ ਵਿੱਚ ਮਾਰ ਕੁਟਾਈ ਕਾਫੀ ਜ਼ਿਆਦਾ ਹੁੰਦੀ ਸੀ? ਇਸ ਸਵਾਲ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ। ਪਹਿਲਾ ਲਾਹੌਰੀ ਕਬੱਡੀ ਵਿੱਚ, ਦੂਜਾ ਅੰਬਾਲਵੀ ਕਬੱਡੀ ਵਿੱਚ, ਤੀਜਾ ਅੰਬਰਸਰੀ ਕਬੱਡੀ ਵਿੱਚ, ਚੌਥਾ ਲਾਇਲਪੁਰੀ ਕਬੱਡੀ ਦੇ ਵਿੱਚ। ਤਾਂ ਜਿਹੜੀ ਕਬੱਡੀ ਦੇ ਵਿੱਚ ਮਾਰ ਕੁਟਾਈ ਕਾਫੀ ਹੁੰਦੀ ਸੀ ਉਹ ਕਬੱਡੀ ਦੀ ਅੰਬਰਸਰੀ ਕਿਸਮ ਸੀ। ਤਾਂ ਤੀਸਰੇ ਸਵਾਲ ਦਾ ਆਪਸ਼ਨ ਤੀਜਾ ਅੰਬਰਸਰੀ ਕਬੱਡੀ ਵਿੱਚ ਬਿਲਕੁਲ ਸਹੀ ਆਪਸ਼ਨ ਹੈ। ਪ੍ਰਸ਼ਨ ਚੌਥਾ, ਕਿਹੜੀ ਕਬੱਡੀ ਵਿੱਚ ਪਾਣੀ ਦੀ ਘੁੱਟ ਵੀ ਨਹੀਂ ਸੀ ਪੀਣ ਦਿੱਤੀ ਜਾਂਦੀ? ਤਾਂ ਆਪਾਂ ਨੂੰ ਇਹ ਸਵਾਲ ਦੇ ਆਪਸ਼ਨ ਦਿੱਤੇ ਨੇ। ਪਹਿਲਾ ਅੰਬਰਸਰੀ ਕਬੱਡੀ ਵਿੱਚ, ਦੂਸਰਾ ਲਾਇਲਪੁਰੀ ਕਬੱਡੀ ਵਿੱਚ, ਤੀਜਾ ਅੰਬਾਲਵੀ ਕਬੱਡੀ ਵਿੱਚ, ਚੌਥਾ ਲਾਹੌਰੀ ਕਬੱਡੀ ਵਿੱਚ। ਤਾਂ ਜਿਹੜੀ ਕਬੱਡੀ ਦੇ ਵਿੱਚ ਪਾਣੀ ਦੀ ਘੁੱਟ ਵੀ ਨਹੀਂ ਪੀਣ ਦਿੱਤੀ ਜਾਂਦੀ ਸੀ ਉਹ ਕਬੱਡੀ ਕਿਹੜੀ ਹੈ? ਲਾਇਲਪੁਰੀ ਕਬੱਡੀ। ਤਾਂ ਚੌਥੇ ਸਵਾਲ ਦਾ ਆਪਸ਼ਨ ਦੂਸਰਾ ਬਿਲਕੁਲ ਸਹੀ ਹੈ। ਸਰੀਰਕ ਸ਼ਕਤੀ ਅਤੇ ਜ਼ੋਰ ਨੂੰ ਵਧਾਉਣ ਵਾਲੀ ਕਿਹੜੀ ਖੇਡ ਹੈ? ਆਪਾਂ ਨੂੰ ਇਸ ਸਵਾਲ ਦੇ ਆਪਸ਼ਨ ਦਿੱਤੇ ਨੇ। ਪਹਿਲਾ ਰੱਸਾਕਸ਼ੀ, ਦੂਸਰਾ ਕਬੱਡੀ, ਤੀਜਾ ਮੁਗਦਰ ਫੇਰਨੀ, ਚੌਥਾ ਉਪਰੋਕਤ ਸਾਰੇ ਹੀ। ਤਾਂ ਸਰੀਰਕ ਸ਼ਕਤੀ ਅਤੇ ਜ਼ੋਰ ਨੂੰ ਵਧਾਉਣ ਵਾਲੀ ਖੇਡ ਰੱਸਾਕਸ਼ੀ ਵੀ ਹੈ, ਕਬੱਡੀ ਵੀ ਹੈ
ਮੁਗਦਰ ਫੇਰਨੇ ਵੀ ਹੈ। ਇਸ ਕਰਕੇ ਇਸ ਸਵਾਲ ਦਾ ਆਪਸ਼ਨ ਚੌਥਾ ਉਪਰੋਕਤ ਸਾਰੇ ਹੀ ਸਹੀ ਆਉਣਗੇ। ਪੈਰਾ ਪੜ੍ਹ ਕੇ 6 ਤੋਂ 10 ਤੱਕ ਦੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰਨੀ ਹੈ। ਸ਼ਹਿਦ ਦੀਆਂ ਮੱਖੀਆਂ ਇੱਕ ਪਰਿਵਾਰ ਵਾਂਗ ਰਲ ਮਿਲ ਕੇ ਰਹਿੰਦੀਆਂ ਹਨ। ਪੰਜਾਬ ਵਿੱਚ ਇਹਨਾਂ ਨੂੰ ਡੂਮਣਾ, ਮਖੀਲ ਅਤੇ ਮਠਾਲੀ ਵੀ ਕਹਿੰਦੇ ਹਨ। ਇਹ ਸਾਰੀਆਂ ਦੇਸੀ ਮੱਖੀਆਂ ਹਨ। ਹੋਰ ਜਾਨਵਰਾਂ ਵਾਂਗੂ ਸ਼ਹਿਦ ਦੀਆਂ ਮੱਖੀਆਂ ਵਪਾਰਕ ਪੱਧਰ ਉੱਤੇ ਸ਼ਹਿਦ ਪ੍ਰਾਪਤ ਕਰਨ ਲਈ ਵੀ ਪਾਲੀਆਂ ਜਾਂਦੀਆਂ ਹਨ। ਪਾਲੀਆਂ ਜਾ ਸਕਣ ਵਾਲੀਆਂ ਮੱਖੀਆਂ ਨੂੰ ਇਟਾਲੀਅਨ ਮੱਖੀਆਂ ਵੀ ਕਿਹਾ ਜਾਂਦਾ ਹੈ। ਮਖੀਲ ਮੱਖੀਆਂ ਆਕਾਰ ਵਿੱਚ ਬਾਕੀ ਸ਼ਹਿਦ ਦੀਆਂ ਮੱਖੀਆਂ ਤੋਂ ਬਹੁਤ ਛੋਟੀਆਂ ਹੁੰਦੀਆਂ ਹਨ। ਇਹ ਆਪਣੇ ਛੱਤੇ ਝਾੜੀਆਂ ਜਾਂ ਨੀਵੇਂ ਦਰੱਖਤਾਂ ਦੀਆਂ ਟਾਹਣੀਆਂ ਨਾਲ ਬਣਾਉਂਦੀਆਂ ਹਨ। ਡੂਮਣਾ ਮੱਖੀਆਂ ਆਕਾਰ ਵਿੱਚ ਵੱਡੀਆਂ ਹੁੰਦੀਆਂ ਹਨ ਅਤੇ ਇਹ ਆਪਣੇ ਛੱਤੇ ਉੱਚੇ ਉੱਚੇ ਦਰੱਖਤਾਂ ਦੇ ਮੋਟੇ ਟਾਹਣਿਆਂ ਅਤੇ ਉੱਚੀਆਂ ਇਮਾਰਤਾਂ ਅਤੇ ਟੈਂਕੀਆਂ ਦੇ ਹੇਠਾਂ ਬਣਾਉਂਦੀਆਂ ਹਨ। ਇਹਨਾਂ ਤੋਂ ਇਲਾਵਾ ਲੱਡੂ ਮੱਖੀ ਜਾਂ ਪਹਾੜੀ ਮੱਖੀ ਵੀ ਸ਼ਹਿਦ ਬਣਾਉਣ ਵਾਲੀਆਂ ਮੱਖੀਆਂ ਦੀ ਇੱਕ ਕਿਸਮ ਹੈ। ਇਹ ਆਪਣੇ ਛੱਤੇ ਦਰੱਖਤਾਂ ਦੀਆਂ ਖੋੜਾਂ, ਹਨੇਰੇ ਕਮਰਿਆਂ ਜਾਂ ਦੀਵਾਰਾਂ ਦੀਆਂ ਦਰਾਰਾਂ ਵਿਚਕਾਰ ਬਣਾਉਂਦੀਆਂ ਹਨ। ਆਮ ਤੌਰ ਤੇ ਸਾਰੀਆਂ ਮੱਖੀਆਂ ਮਾਦਾ ਕਾਮਾ ਮੱਖੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਮੁੱਖ ਕੰਮ ਛੱਤੇ ਦੀ ਸਾਫ਼ ਸਫਾਈ ਰੱਖਣਾ, ਬੱਚਿਆਂ ਨੂੰ ਭੋਜਨ ਦੇਣਾ ਅਤੇ ਛੱਤੇ ਦੀ ਰਖਵਾਲੀ ਕਰਨਾ ਹੁੰਦਾ ਹੈ। ਇਸ ਤਰ੍ਹਾਂ ਕਈ ਪ੍ਰਕਾਰ ਦੇ ਫੁੱਲਾਂ ਦਾ ਰਸ ਚੂਸ ਕੇ ਸ਼ਹਿਦ ਦੀਆਂ ਮੱਖੀਆਂ ਬੇਸ਼ਕੀਮਤੀ ਸ਼ਹਿਦ ਪੈਦਾ ਕਰਦੀਆਂ ਹਨ, ਜਿਸ ਦੀ ਵਰਤੋਂ ਖੰਘ ਜ਼ੁਕਾਮ, ਸਰਦੀ ਵਰਗੀਆਂ ਅਨੇਕਾਂ ਬਿਮਾਰੀਆਂ ਦੀ ਰੋਕਥਾਮ, ਸਰੀਰਕ ਤੰਦਰੁਸਤੀ ਤੇ ਸ਼ਕਤੀ ਵਧਾਉਣ ਲਈ ਤੇ ਖਾਣੇ ਨੂੰ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ। 6ਵਾਂ ਪ੍ਰਸ਼ਨ ਹੈ, ਪੰਜਾਬ ਵਿੱਚ ਸ਼ਹਿਦ ਦੀਆਂ ਦੇਸੀ ਮੱਖੀਆਂ ਦੀ ਕਿਸਮ ਦੱਸੋ। ਡੂਮਣਾ, ਮਖੀਲ, ਮਠਾਲੀ ਜਾਂ ਉਪਰੋਕਤ ਸਾਰੀਆਂ। ਤਾਂ ਪੰਜਾਬ ਵਿੱਚ ਸ਼ਹਿਦ ਦੀਆਂ ਦੇਸੀ ਮੱਖੀਆਂ ਦੀ ਕਿਸਮ ਡੂਮਣਾ ਵੀ ਹੈ, ਮਖੀਲ ਵੀ ਹੈ ਤੇ ਮਠਾਲੀ ਵੀ ਹੈ। ਇਸ ਪ੍ਰਸ਼ਨ ਦਾ ਆਪਸ਼ਨ ਚੌਥਾ ਬਿਲਕੁਲ ਸਹੀ ਹੈ, ਉਪਰੋਕਤ ਸਾਰੀਆਂ। 7ਵਾਂ ਪ੍ਰਸ਼ਨ ਹੈ, ਸ਼ਹਿਦ ਦੀਆਂ ਮੱਖੀਆਂ ਦੀ ਉਹ ਕਿਹੜੀ ਕਿਸਮ ਹੈ ਜਿਸ ਨੂੰ ਆਸਾਨੀ ਨਾਲ ਪਾਲਿਆ ਜਾ ਸਕਦਾ ਹੈ। ਆਪਾਂ ਨੂੰ ਇਸ ਸਵਾਲ ਦੇ ਆਪਸ਼ਨ ਦਿੱਤੇ ਨੇ, ਪਹਿਲਾ ਡੂਮਣਾ, ਦੂਸਰਾ ਇਟਾਲੀਅਨ, ਤੀਸਰਾ ਮਖੀਲ, ਚੌਥਾ ਮਠਾਲੀ। ਤਾਂ ਸ਼ਹਿਦ ਦੀ ਮੱਖੀਆਂ ਦੀ ਉਹ ਕਿਸਮ ਜਿਸ ਨੂੰ ਆਸਾਨੀ ਨਾਲ ਪਾਲਿਆ ਜਾ ਸਕਦਾ ਹੈ, ਉਹ ਹਨ ਇਟਾਲੀਅਨ ਮੱਖੀਆਂ। ਇਸ ਸਵਾਲ ਦਾ ਆਪਸ਼ਨ ਦੂਸਰਾ ਬਿਲਕੁਲ ਸਹੀ ਹੈ। 8ਵਾਂ ਪ੍ਰਸ਼ਨ ਹੈ, ਮਖੀਲ ਮੱਖੀਆਂ ਆਪਣੇ ਛੱਤੇ ਕਿੱਥੇ ਬਣਾਉਂਦੀਆਂ ਹਨ। ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਨੇ, ਪਹਿਲਾ ਹੈ ਉੱਚੇ ਦਰੱਖਤਾਂ ਦੀਆਂ ਟਾਹਣੀਆਂ ਤੇ, ਦੂਜਾ ਨੀਵੇਂ ਦਰੱਖਤਾਂ ਦੀਆਂ ਟਾਹਣੀਆਂ ਤੇ, ਤੀਜਾ ਹਨੇਰੇ ਕਮਰੇ ਅੰਦਰ, ਚੌਥਾ ਕੰਧਾਂ ਦੀਆਂ ਖੋੜਾਂ ਵਿੱਚ। ਤਾਂ ਜਿਹੜੀਆਂ ਮਖੀਲ ਮੱਖੀਆਂ ਨੇ ਉਹ ਆਪਣੇ ਛੱਤੇ ਨੀਵੇਂ ਦਰੱਖਤਾਂ ਦੀਆਂ ਟਾਹਣੀਆਂ ਉੱਤੇ ਬਣਾਉਂਦੀਆਂ ਹਨ। 9ਵਾਂ ਪ੍ਰਸ਼ਨ ਹੈ, ਛੱਤੇ ਦੀ ਸਾਫ਼ ਸਫਾਈ, ਛੱਤੇ ਦੀ ਰੱਖਿਆ ਅਤੇ ਬੱਚਿਆਂ ਨੂੰ ਭੋਜਨ ਦੇਣਾ, ਇਹ ਕੰਮ ਕਿਹੜੀਆਂ ਮੱਖੀਆਂ ਕਰਦੀਆਂ ਹਨ। ਇਸ ਸਵਾਲ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ, ਲੱਡੂ ਮੱਖੀਆਂ, ਪਹਾੜੀ ਮੱਖੀਆਂ, ਡੂਮਣਾ ਮੱਖੀਆਂ ਜਾਂ ਫਿਰ ਮਾਦਾ ਕਾਮਾ ਮੱਖੀਆਂ। ਛੱਤੇ ਦੀ ਸਾਫ਼ ਸਫਾਈ ਅਤੇ ਰੱਖਿਆ ਜਾਂ ਬੱਚਿਆਂ ਨੂੰ ਭੋਜਨ ਦੇਣ ਦਾ ਕੰਮ ਮਾਦਾ ਕਾਮਾ ਮੱਖੀਆਂ ਕਰਦੀਆਂ ਹਨ। ਤਾਂ ਇਸ ਸਵਾਲ ਦਾ ਆਪਸ਼ਨ ਚੌਥਾ, ਮਾਦਾ ਕਾਮਾ ਮੱਖੀਆਂ, ਬਿਲਕੁਲ ਸਹੀ ਹੈ। 10ਵਾਂ ਪ੍ਰਸ਼ਨ ਹੈ, ਦਰੱਖਤਾਂ ਦੀਆਂ ਖੋੜਾਂ, ਕੰਧਾਂ ਦੀਆਂ ਦਰਾਰਾਂ ਅਤੇ ਹਨੇਰੇ ਕਮਰਿਆਂ ਵਿੱਚ ਕੌਣ ਛੱਤੇ ਬਣਾਉਂਦੀਆਂ ਹਨ। ਆਪਾਂ ਨੂੰ ਇਸ ਸਵਾਲ ਦੇ ਆਪਸ਼ਨ ਦਿੱਤੇ ਨੇ, ਪਹਿਲਾ ਲੱਡੂ ਮੱਖੀਆਂ, ਦੂਜਾ ਕਾਮਾ ਮੱਖੀਆਂ, ਤੀਜਾ ਇਟਾਲੀਅਨ ਮੱਖੀਆਂ, ਚੌਥਾ ਮਠਾਲੀ ਮੱਖੀਆਂ। ਤਾਂ ਬੱਚਿਓ, ਦਰੱਖਤਾਂ ਦੀਆਂ ਖੋੜਾਂ, ਕੰਧਾਂ ਦੀਆਂ ਦਰਾਰਾਂ ਅਤੇ ਹਨੇਰੇ ਕਮਰਿਆਂ ਦੇ ਵਿੱਚ ਕੌਣ ਛੱਤੇ ਬਣਾਉਂਦੀਆਂ ਨੇ, ਲੱਡੂ ਮੱਖੀਆਂ। ਤਾਂ ਇਸ ਸਵਾਲ ਦਾ ਆਪਸ਼ਨ ਪਹਿਲਾ ਬਿਲਕੁਲ ਸਹੀ ਹੈ। ਭਾਗ ਆੜਾ, ਆਪਣੀ ਵਿਆਕਰਨ ਦੀ ਸਮਝ ਅਨੁਸਾਰ ਹੇਠ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ। 11ਵਾਂ ਪ੍ਰਸ਼ਨ ਹੈ, ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਨੇ, ਪਹਿਲਾ ਇਮਾਨਦਾਰੀ ਚੰਗੀ ਨੀਤੀ ਹੈ, ਦੂਸਰਾ ਏਕਤਾ ਵਿੱਚ ਬਲ ਹੈ,
ਤੀਜਾ ਲਾਲਚ ਬੁਰੀ ਬਲਾ ਹੈ, ਚੌਥਾ ਜੈਸਾ ਕਰੋਗੇ ਤੈਸਾ ਭਰੋਗੇ। ਤਾਂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਲਾਲਚ ਬੁਰੀ ਬਲਾ ਹੈ। 11ਵੇਂ ਪ੍ਰਸ਼ਨ ਦਾ ਆਪਸ਼ਨ ਤੀਸਰਾ ਬਿਲਕੁਲ ਸਹੀ ਹੈ। ਪ੍ਰਸ਼ਨ 12, ਹੇਠ ਦਿੱਤਿਆਂ ਵਿੱਚੋਂ ਵਿਸਮਿਕ ਚਿੰਨ੍ਹ ਕਿਹੜਾ ਹੈ? ਪਹਿਲਾ ਆਪਾਂ ਨੂੰ ਪ੍ਰਸ਼ਨਵਾਚਕ ਚਿੰਨ੍ਹ ਦਿੱਤਾ ਹੈ, ਦੂਸਰਾ ਵਿਸਮਿਕ ਚਿੰਨ੍ਹ ਦਿੱਤਾ ਹੈ। ਤਾਂ 12ਵੇਂ ਸਵਾਲ ਦਾ ਆਪਸ਼ਨ ਦੂਸਰਾ ਬਿਲਕੁਲ ਸਹੀ ਹੈ। ਤੀਜੇ ਅਤੇ ਚੌਥੇ ਨੰਬਰ ਦੇ ਜੋ ਚਿੰਨ੍ਹ ਦਿੱਤੇ ਨੇ ਤੁਸੀਂ ਉਹਨਾਂ ਦੇ ਨਾਮ ਕਮੈਂਟ ਬਾਕਸ ਦੇ ਵਿੱਚ ਲਿਖਣੇ ਹਨ। ਸ਼ਬਦ ਹਨੇਰਾ ਦੇ ਸਹੀ ਵਿਰੋਧੀ ਸ਼ਬਦ ਦੀ ਚੋਣ ਕਰੋ। ਇਸ ਸਵਾਲ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ, ਪਹਿਲਾ ਚਾਨਣ, ਦੂਸਰਾ ਦਿਨ, ਤੀਸਰਾ ਲੋ, ਚੌਥਾ ਰੋਸ਼ਨੀ। ਤਾਂ ਹਨੇਰਾ ਦਾ ਸਹੀ ਵਿਰੋਧੀ ਸ਼ਬਦ ਹੋਵੇਗਾ ਚਾਨਣ। 13ਵੇਂ ਸਵਾਲ ਦਾ ਆਪਸ਼ਨ ਪਹਿਲਾ ਬਿਲਕੁਲ ਸਹੀ ਹੈ। ਉਹ ਵਿਅਕਤੀ ਜੋ ਮੂਰਤਾਂ ਬਣਾਵੇ ਉਸ ਨੂੰ ਕੀ ਕਹਿੰਦੇ ਹਨ? ਇਸ ਸਵਾਲ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ, ਪਹਿਲਾ ਚਿੱਤਰਕਾਰ, ਦੂਸਰਾ ਕਲਾਕਾਰ, ਤੀਸਰਾ ਸਾਹਿਤਕਾਰ, ਚੌਥਾ ਕਹਾਣੀਕਾਰ। ਜੋ ਮੂਰਤਾਂ ਬਣਾਉਂਦਾ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ? ਚਿੱਤਰਕਾਰ। 14ਵੇਂ ਸਵਾਲ ਦਾ ਆਪਸ਼ਨ ਪਹਿਲਾ ਬਿਲਕੁਲ ਸਹੀ ਹੈ। 15ਵਾਂ ਪ੍ਰਸ਼ਨ, ਉਸ ਦਾ ਭਰਾ ਬੜਾ ਚੰਗਾ ਹੈ, ਵਾਕ ਵਿੱਚੋਂ ਪੜਨਾਮ ਸ਼ਬਦ ਚੁਣੋ। ਇਸ ਸਵਾਲ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ, ਪਹਿਲਾ ਆਪਸ਼ਨ ਹੈ ਭਰਾ, ਦੂਸਰਾ ਦਾ, ਤੀਜਾ ਚੰਗਾ, ਚੌਥਾ ਉਸ। ਤਾਂ ਇਸ ਵਾਕ ਵਿੱਚੋਂ ਪੜਨਾਮ ਕਿਹੜਾ ਹੈ? ਉਸ। ਇਸ ਸਵਾਲ ਦਾ ਆਪਸ਼ਨ ਚੌਥਾ ਬਿਲਕੁਲ ਸਹੀ ਹੈ। ਉਹ ਸ਼ਬਦ ਜਿਹੜੇ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਪੜਨਾਮ। 16ਵਾਂ ਪ੍ਰਸ਼ਨ, ਅੱਖਾਂ ਮੀਟ ਜਾਣਾ, ਮੁਹਾਵਰੇ ਦਾ ਸਹੀ ਤੇ ਢੁਕਵਾਂ ਅਰਥ ਵਿਕਲਪਾਂ ਵਿੱਚੋਂ ਚੁਣੋ। ਇਸ ਦਾ ਆਪਾਂ ਨੂੰ ਪਹਿਲਾ ਆਪਸ਼ਨ ਦਿੱਤਾ ਹੈ ਅੱਖਾਂ ਵਿੱਚ ਕੁਝ ਪੈ ਜਾਣਾ, ਦੂਸਰਾ ਆਪਸ਼ਨ ਦਿੱਤਾ ਹੈ ਜਾਣਬੁੱਝ ਕੇ ਅੱਖਾਂ ਬੰਦ ਕਰਨਾ, ਤੀਜਾ ਆਪਸ਼ਨ ਦਿੱਤਾ ਹੈ ਮਰ ਜਾਣਾ, ਚੌਥਾ ਆਪਸ਼ਨ ਦਿੱਤਾ ਹੈ ਸੌਂ ਜਾਣਾ। ਤਾਂ ਅੱਖਾਂ ਮੀਟ ਜਾਣਾ ਮੁਹਾਵਰੇ ਦਾ ਸਹੀ ਅਰਥ ਹੈ ਮਰ ਜਾਣਾ। 16ਵੇਂ ਸਵਾਲ ਦਾ ਆਪਸ਼ਨ ਤੀਸਰਾ ਬਿਲਕੁਲ ਸਹੀ ਹੈ। 17ਵਾਂ ਪ੍ਰਸ਼ਨ, ਪੁਰਾਣੇ ਅਤੇ ਨਵੇਂ ਅੱਖਰ ਮਿਲਾ ਕੇ ਗੁਰਮੁਖੀ ਲਿਪੀ ਦੇ ਕੁੱਲ ਕਿੰਨੇ ਅੱਖਰ ਹਨ? ਆਪਾਂ ਨੂੰ ਇਸ ਸਵਾਲ ਦੇ ਆਪਸ਼ਨ ਦਿੱਤੇ ਨੇ, ਪਹਿਲਾ ਹੈ 26, ਦੂਜਾ ਹੈ 41, ਤੀਜਾ ਹੈ 52, ਚੌਥਾ ਹੈ 35। ਬੱਚਿਓ, ਪੁਰਾਣੇ ਅਤੇ ਨਵੇਂ ਅੱਖਰ ਮਿਲਾ ਕੇ ਗੁਰਮੁਖੀ ਲਿਪੀ ਦੇ ਕੁੱਲ ਕਿੰਨੇ ਅੱਖਰ ਹਨ? 41। 17ਵੇਂ ਸਵਾਲ ਦਾ ਆਪਸ਼ਨ ਦੂਸਰਾ ਬਿਲਕੁਲ ਸਹੀ ਹੈ। 26 ਅੱਖਰ ਅੰਗਰੇਜ਼ੀ ਵਰਣਮਾਲਾ ਵਿੱਚ ਹੁੰਦੇ ਹਨ, 52 ਹਿੰਦੀ ਦੀ ਵਰਣਮਾਲਾ ਵਿੱਚ ਹੁੰਦੇ ਹਨ ਅਤੇ ਪੰਜਾਬੀ ਦੀ ਵਰਣਮਾਲਾ ਨੂੰ 35 ਵੀ ਕਹਿੰਦੇ ਹਨ। ਪਰ ਇਸ ਸਵਾਲ ਦੇ ਵਿੱਚ ਪੁੱਛੇ ਗਏ ਸਵਾਲ ਅਨੁਸਾਰ ਪੁਰਾਣੇ ਅਤੇ ਨਵੇਂ ਅੱਖਰ ਮਿਲਾ ਕੇ ਗੁਰਮੁਖੀ ਲਿਪੀ ਦੇ ਕੁੱਲ ਕਿੰਨੇ ਅੱਖਰ ਹਨ? 41। 35 + 6 41। 18ਵਾਂ ਪ੍ਰਸ਼ਨ ਹੈ, ਏਕਤਾ ਦਾ ਮਹੱਤਵ ਦਰਸਾਉਣ ਵਾਲਾ ਅਖਾਣ ਚੁਣੋ। ਇਸ ਦੇ ਆਪਾਂ ਨੂੰ ਆਪਸ਼ਨ ਦਿੱਤੇ ਨੇ, ਪਹਿਲਾ ਆਪਸ਼ਨ ਹੈ 1 1 ਅਤੇ 2 11, ਦੂਜਾ ਆਪਸ਼ਨ ਹੈ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ, ਤੀਜਾ ਆਪਸ਼ਨ ਹੈ ਉਲਟੀ ਬਾੜ ਖੇਤ ਨੂੰ ਖਾਏ, ਚੌਥਾ ਆਪਸ਼ਨ ਹੈ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਤਾਂ ਏਕਤਾ ਦੇ ਮਹੱਤਵ ਨੂੰ ਦਰਸਾਉਣ ਵਾਲਾ ਅਖਾਣ ਪਹਿਲਾ ਹੈ 1 1 ਅਤੇ 2 11। 19ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਖਾਸ ਨਾਮ ਚੁਣੋ। ਆਪਾਂ ਨੂੰ ਇਸ ਸਵਾਲ ਦੇ ਆਪਸ਼ਨ ਦਿੱਤੇ ਨੇ, ਪਹਿਲਾ ਹੈ ਫੌਜ, ਦੂਸਰਾ ਹੈ ਪਟਿਆਲਾ, ਤੀਜਾ ਹੈ ਮੁੰਡਾ, ਚੌਥਾ ਹੈ ਹਵਾ। ਇਹਨਾਂ ਵਿੱਚੋਂ ਖਾਸ ਨਾਮ ਹੈ ਆਪਸ਼ਨ ਦੂਸਰਾ ਪਟਿਆਲਾ। ਹਾਹਾ, ਰਾਰਾ ਅਤੇ ਵਾਵਾ ਗੁਰਮੁਖੀ ਲਿਪੀ ਵਿੱਚ ਡੈਸ਼ ਅੱਖਰ ਹਨ। ਆਪਾਂ ਨੂੰ ਇਸ ਦੇ ਆਪਸ਼ਨ ਦਿੱਤੇ ਨੇ, ਲਗਾ ਅੱਖਰ, ਦੂਜਾ ਦਿੱਤਾ ਅਨੁਨਾਸਿਕੀ ਅੱਖਰ, ਤੀਜਾ ਦਿੱਤਾ ਦੁੱਤ ਅੱਖਰ ਤੇ ਚੌਥਾ ਦਿੱਤਾ ਮੁਕਤਾ ਅੱਖਰ। ਤਾਂ ਪੰਜਾਬੀ ਗੁਰਮੁਖੀ ਲਿਪੀ ਦੇ ਵਿੱਚ ਹਾਹਾ, ਰਾਰਾ ਤੇ ਵਾਵਾ ਕਿਹੜੇ ਅੱਖਰ ਹਨ? ਦੁੱਤ ਅੱਖਰ। ਦੁੱਤ ਅੱਖਰ ਕਿਹੜੇ ਹੁੰਦੇ ਹਨ? ਜਿਹੜੇ ਅੱਖਰਾਂ ਦੇ ਪੈਰਾਂ ਦੇ ਵਿੱਚ ਲਿਖੇ ਜਾ ਸਕਦੇ ਹਨ। ਹਾਹਾ, ਰਾਰਾ ਤੇ ਵਾਵਾ ਗੁਰਮੁਖੀ ਦੇ ਦੂਸਰੇ ਅੱਖਰਾਂ ਦੇ ਪੈਰਾਂ ਦੇ ਵਿੱਚ ਲਿਖੇ ਜਾ ਸਕਦੇ ਹਨ, ਇਸ ਕਰਕੇ ਇਹਨਾਂ ਨੂੰ ਦੁੱਤ ਅੱਖਰ ਕਹਿੰਦੇ ਹਨ।
ਪਿਆਰੇ ਬੱਚਿਓ, ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਨੂੰ ਜ਼ਰੂਰ ਚੈੱਕ ਕਰਨਾ ਹੈ। ਉੱਥੇ ਤੁਹਾਨੂੰ ਹਿੰਦੀ ਦੇ ਸ਼ਬਦ, ਵਰਣਮਾਲਾ, ਨਿਬੰਧ, ਪ੍ਰਾਰਥਨਾ ਪੱਤਰ, ਕਹਾਣੀਆਂ, ਨਮੂਨਾ ਪ੍ਰਸ਼ਨ ਪੱਤਰ, ਟਿਪਸ ਐਂਡ ਟ੍ਰਿਕਸ, ਪੈਸ ਦੇ ਫਾਈਨਲ ਪੇਪਰਾਂ ਦੇ ਸੋਲਿਊਸ਼ਨ ਆਦਿ ਦੀ ਪਲੇਲਿਸਟਾਂ ਦੇ ਲਿੰਕ ਮਿਲ ਜਾਣਗੇ। ਉੱਥੇ ਜਾ ਕੇ ਤੁਸੀਂ ਆਪਣੇ ਮਨਪਸੰਦ ਟੌਪਿਕ ਨੂੰ ਚੂਜ਼ ਕਰਕੇ ਤਿਆਰੀ ਕਰ ਸਕਦੇ ਹੋ। ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਹੈ, ਕਮੈਂਟ ਕਰਨਾ ਹੈ ਅਤੇ ਕਮੈਂਟ ਦੇ ਵਿੱਚ ਆਪਣਾ ਨਾਮ ਲਿਖਣਾ ਹੈ। ਜੇਕਰ ਤੁਹਾਡੇ ਵੱਲੋਂ ਕੋਈ ਸੁਝਾਅ ਹੈ ਤਾਂ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ ਅਤੇ ਆਪਣੀ ਜਮਾਤ ਦੇ ਦੂਜੇ ਵਿਦਿਆਰਥੀਆਂ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਗਰਚਾ ਸਟੱਡੀ ਪੁਆਇੰਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜ਼ਰੂਰ ਦਬਾਉਣਾ ਹੈ ਤਾਂ ਕਿ ਭਵਿੱਖ ਵਿੱਚ ਇਸ ਚੈਨਲ ਤੇ ਆਉਣ ਵਾਲੀਆਂ ਸਿੱਖਿਆਦਾਇਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ।